ਧੰਨ ਵਾਹਿਗੁਰੂ ਜੀਓ। ਗੌੜੀ ਕਬੀਰ ਜੀ ਗਗਨ ਰਸਾਲ ਚੁਐ ਮੇਰੀ ਭਾਠੀ। ਸੰਚ ਮਹਾਰਸ ਤਨ ਭਇਆ ਕਾਠੀ। ਵਾ ਕੋ ਕਹੀਐ ਸਹਜ ਮਤਵਾਰਾ। ਪੀਵਤ ਰਾਮ ਰਸ ਗਿਆਨ ਵਿਚਾਰਾ। ਰਹਾਉ ਸਹਿਜ ਕਲਾਲਨ ਜੋ ਮਿਲ ਆਈ। ਆਨੰਦ ਮਾਤੇ ਅਨ ਦਿਨ ਜਾਈ। ਚੀਨਤ ਚੀਤ ਨਿਰੰਜਨ ਲਾਇਆ। ਕਹੋ ਕਬੀਰ ਤੋ ਅਨਭਉ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤ ਸੰਗਤ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਬੜੇ ਪ੍ਰੇਮ ਸਤਿਕਾਰ ਨਾਲ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਦਾ ਗੁਰੂ ਸਵਾਰਿਆਂ ਪਾਸੋਂ ਲਾਹਾ ਪ੍ਰਾਪਤ ਕੀਤਾ ਹੈ। ਗੁਰੂ ਬਖਸ਼ਿਸ਼ ਦੇ ਪਾਤਰ ਬਣ ਕੇ ਆਪਾਂ ਸਤ ਸੰਗਤ ਦੇ ਇਸ ਸਮੇਂ ਦੌਰਾਨ ਯਤਨ ਕਰਦੇ ਹਾਂ ਗਰੀਬ ਨਵਾਜ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਵਿੱਚੋਂ ਭਗਤ ਕਬੀਰ ਜੀ ਦੇ ਪਾਵਨ ਉਪਦੇਸ਼ ਨੂੰ ਵਿਚਾਰਨ ਅਤੇ ਸਮਝਣ ਦਾ। ਇਸ ਲੜੀ ਤਹਿਤ ਆਪਾਂ ਭਗਤ ਕਬੀਰ ਜੀ ਦੇ ਗੌੜੀ ਰਾਗ ਵਿਚਲੇ ਸ਼ਬਦਾਂ ਨੂੰ ਵਿਚਾਰਨ ਦਾ ਯਤਨ ਕਰ ਰਹੇ ਹਾਂ। ਸੋ ਆਪ ਜੀ ਨੇ ਜਿਸ ਪਾਵਨ ਸ਼ਬਦ ਦਾ ਪਾਠ ਹੁਣੇ ਹੀ ਦਾਸ ਪਾਸੋਂ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 328 ਉੱਪਰ ਇਹ ਪਾਵਨ ਸ਼ਬਦ ਗੌੜੀ ਰਾਗ ਵਿੱਚ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਦਰਜ ਹੈ। ਕੁਝ ਸ਼ਬਦ ਹਨ ਜਿਨ੍ਹਾਂ ਦੇ ਜੇ ਸੰਵਾਦਕ ਭਾਵ ਨੂੰ ਸਮਝਿਆ ਜਾਏ, ਭਾਵ ਕੁਝ ਲੋਕਾਂ ਨਾਲ ਕਿਸੇ ਪੱਖ ਦੇ ਉੱਤੇ ਸੰਵਾਦ ਹੋ ਰਿਹਾ ਹੈ, ਤੇ ਜੇ ਉਸ ਸਾਰੀ ਘਟਨਾਕ੍ਰਮ ਨੂੰ, ਗੱਲਬਾਤ ਨੂੰ ਸੌਖੇ ਢੰਗ ਨਾਲ ਪਹਿਲਾਂ ਸਮਝ ਲਿਆ ਜਾਏ ਤਾਂ ਸ਼ਬਦ ਦੇ ਵਿਚਾਰ ਨੂੰ ਸਮਝਣਾ ਬੜਾ ਸੁਖੱਲਾ ਅਤੇ ਸੌਖਾ ਹੋ ਜਾਂਦਾ ਹੈ। ਭਾਰਤ ਭੂਮੀ ਦੇ ਉੱਤੇ ਇੱਕ ਬੜਾ ਵੱਡਾ ਫਿਰਕਾ, ਬੜਾ ਵੱਡਾ ਮੱਤ, ਜਿਸ ਨੂੰ ਆਪਾਂ ਜੋਗ ਮਤ ਆਖਦੇ ਹਾਂ, ਜੋ ਬੜਾ ਐਸਟੈਬਲਿਸ਼, ਬੜਾ ਪ੍ਰਭਾਵਸ਼ਾਲੀ ਸੀ ਸਮਾਜ ਵਿੱਚ। ਸਤਿਗੁਰੂ ਗੁਰੂ ਨਾਨਕ ਮਹਾਰਾਜ ਦੀ ਬਾਣੀ ਨੂੰ ਪੜ੍ਹੀਏ, ਗੁਰੂ ਅਰਜਨ ਸਾਹਿਬ ਜੀ ਦੇ ਸ਼ਬਦਾਂ ਨੂੰ ਪੜ੍ਹੀਏ, ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਪੜ੍ਹੀਏ, ਤਾਂ ਕਈ ਸ਼ਬਦਾਂ ਦੇ ਸ਼ਬਦ ਹੀ ਜੋਗ ਮਤ ਦੇ ਲੋਕਾਂ ਨਾਲ ਗੁਰੂ ਪਾਤਸ਼ਾਹ ਨੇ ਸੰਵਾਦ ਕਰਦਿਆਂ ਹੋਇਆਂ ਰਚੇ ਹਨ। ਸਿੱਧ ਗੋਸ਼ਟ ਦੀ ਬਾਣੀ ਵਿੱਚ ਮਹਾਰਾਜ ਨੇ ਜੋਗ ਮਤ ਦੇ ਵਿਚਾਰਾਂ ਦਾ ਜ਼ਿਕਰ ਕਰਕੇ ਤੇ ਗੁਰਮਤ ਨੂੰ ਦ੍ਰਿੜ ਕਰਾਇਆ ਹੈ, ਤੇ ਪ੍ਰਤੀਕ, ਬਿੰਬ, ਸਵਾਲ ਜਵਾਬ, ਸੰਵਾਦ ਸਤਿਗੁਰੂ ਪਾਤਸ਼ਾਹ ਨੇ ਰਚਿਆ ਹੈ। ਸੋ ਇਸ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਭਗਤ ਕਬੀਰ ਜੀ ਮਹਾਰਾਜ ਦੇ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਇਹਨਾਂ ਸ਼ਬਦਾਂ ਵਿੱਚ ਵੀ ਕਿਤੇ ਜੋਗੀਆਂ ਨਾਲ ਕੁਝ ਵਿਸ਼ਿਆਂ ਦੇ ਉੱਤੇ ਸੰਵਾਦ ਹੋਇਆ, ਡਿਬੇਟ ਹੋਈ, ਵਿਚਾਰ ਹੋਈ,
ਤਾਂ ਕਬੀਰ ਜੀ ਨੇ ਉਹ ਪ੍ਰਤੀਕ ਵਰਤ ਕੇ ਆਪਣਾ ਪੱਖ ਭਗਤੀ ਭਾਵ ਦਾ ਸਿੱਧ ਕੀਤਾ। ਤੋ ਜਿਵੇਂ ਕਿ ਇਹ ਸ਼ਬਦ ਹੈ ਜਿਸ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ, ਸ਼ਬਦ ਦੇ ਉਪਦੇਸ਼ ਨੂੰ ਵਿਚਾਰਨ ਤੋਂ ਪਹਿਲਾਂ ਇੱਕ ਨੁਕਤਾ ਸਮਝ ਲਈਏ ਕਿ ਧਰਮ ਦੀ ਦੁਨੀਆ, ਮਜ਼ਹਬ ਦੀ ਦੁਨੀਆ ਵਿੱਚ, ਮਤਾਂ ਮਤਾਂਦਰਾਂ ਵਿੱਚ ਵੀ ਨਸ਼ੇ ਦਾ ਬੜਾ ਪ੍ਰਚਲਨ ਰਿਹਾ। ਨਸ਼ਾ ਪੀ ਕੇ ਆਪਣੀ ਸੁਰਤ ਨੂੰ ਇਕਾਗਰ ਕਰਨ ਦਾ, ਮਨ ਨੂੰ ਟਿਕਾਉਣ ਦਾ ਅਭਿਆਸ ਵੀ ਕੁਝ ਮਤ ਮਤਾਂਦਰ ਕਰਦੇ ਆਏ। ਕਈ ਐਸੇ ਮਤ ਹਨ, ਕਈ ਐਸੇ ਫਿਰਕੇ ਹਨ ਜਿਨ੍ਹਾਂ ਦੇ ਵਿੱਚ ਅਭਿਆਸ ਵਿੱਚ ਨਸ਼ੇ ਨੂੰ ਲਾਜ਼ਮ ਤੇ ਜ਼ਰੂਰੀ ਕਰਾਰ ਦਿੱਤਾ ਗਿਆ। ਜਿਵੇਂ ਭੰਗ ਆਦਿਕ ਦਾ ਨਸ਼ਾ ਕਰਨਾ, ਸ਼ਰਾਬ ਆਦਿਕ ਦਾ ਸੇਵਨ ਕਰਨਾ। ਅਘੋਰੀ ਜੋਗੀਆਂ ਦੇ ਵਿੱਚ ਇਹ ਸਾਰਾ ਕੁਝ ਪ੍ਰਚਲਿਤ ਹੈ। ਯੋਗ ਮਤ ਦੇ ਕਈ ਫਿਰਕਿਆਂ ਵਿੱਚ ਇਹ ਸਾਰਾ ਕੁਝ ਪ੍ਰਚਲਿਤ ਹੈ। ਕਈ ਦੇਵੀ ਦੇਵਤਿਆਂ ਆਦਿਕ ਦੀ ਪੂਜਾ ਉਪਾਸਨਾ ਵੇਲੇ ਵੀ ਨਸ਼ਿਆਂ ਦੀ, ਮਾਸ ਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤ ਦੇ ਅੰਦਰ ਅਣਗਿਣਤ ਤਰ੍ਹਾਂ ਦੇ ਐਸੇ ਰਾਹ ਅਤੇ ਚਲਨ ਹਨ ਜਿਨ੍ਹਾਂ ਦੀਆਂ ਉਦਾਹਰਣ ਮਤ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਜ਼ਿਕਰ ਕਰਕੇ ਲੋਕਾਈ ਨੂੰ, ਭੁੱਲੇ ਭਟਕੇ ਲੋਕਾਂ ਨੂੰ ਕਰਮਕਾਂਡ, ਨਸ਼ਿਆਂ ਤੇ ਵਾਧੂ ਦੇ ਫੋਕਟ ਕਰਮਕਾਂਡਾਂ ਚੋਂ ਬਾਹਰ ਕੱਢੇ। ਉਹਦੇ ਵਿੱਚੋਂ ਇੱਕ ਹੈ ਕਿ ਜੋਗੀ ਭੰਗ ਆਦਿਕ ਜਾਂ ਸ਼ਰਾਬ ਆਦਿਕ ਦਾ ਸੇਵਨ ਵੀ ਕਰਦੇ ਸਨ। ਜਿਵੇਂ ਆਮ ਸਮਾਜ ਦੇ ਵਿੱਚ ਇਹ ਗਲਤ ਕੁਰੀਤ ਜਿਹੜੀ ਹੈ ਲੋਕਾਂ ਦੇ ਅੰਦਰ ਪ੍ਰਚਲਿਤ ਹੁੰਦੀ ਹੈ, ਨਸ਼ਾ ਆਦਿਕ ਕਰਨਾ ਖੁਸ਼ੀ ਗਮੀ ਦੇ ਸਮੇਂ 'ਤੇ, ਜਾਂ ਅੱਗੋਂ ਪਿੱਛੋਂ ਐਸ਼ ਪ੍ਰਸਤੀ ਲਈ, ਜਾਂ ਇੱਕ ਚਸਕਾ ਜੀਵਨ ਵਿੱਚ ਪਾਲ ਲੈਣਾ ਨਸ਼ੇ ਲਈ। ਤਾਂ ਗੁਰੂ ਸਾਹਿਬ ਜੀ ਨੇ ਉਸ ਨੂੰ ਮਨ੍ਹਾ ਕੀਤਾ ਬਾਣੀ ਅੰਦਰ। ਪਰ ਜਦੋਂ ਜੋਗੀ ਲੋਕ ਵੀ ਨਸ਼ੇ ਆਦਿਕ ਨੂੰ ਲਾਜ਼ਮ ਕਰਾਰ ਦਿੰਦੇ ਸਨ, ਜਾਂ ਕੁਝ ਹੋਰ ਧਾਰਮਿਕ ਲੋਕ ਵੀ ਦਿੰਦੇ ਸਨ, ਮਜ਼ਹਬੀ ਸੰਸਾਰ ਅੰਦਰ, ਮਤਾਂ ਮਤਾਂਦਰਾਂ, ਸੰਪਰਦਾਵਾਂ ਅੰਦਰ ਵੀ ਕੁਝ ਇਸ ਤਰ੍ਹਾਂ ਦੀਆਂ ਰੀਤਾਂ ਪ੍ਰਚਲਿਤ ਸਨ, ਤਾਂ ਗੁਰੂ ਮਹਾਰਾਜ ਨੇ ਉਹਨਾਂ ਲੋਕਾਂ ਨੂੰ ਵੀ ਇਸ ਅਲਾਮਤ ਤੋਂ, ਇਸ ਕੁਰੀਤੀ ਤੋਂ ਬਾਹਰ ਆਉਣ ਦੀ ਪ੍ਰੇਰਨਾ ਕੀਤੀ ਹੈ ਤੇ ਆਪਣੇ ਮਨ ਨੂੰ, ਆਪਣੀ ਸੁਰਤ ਨੂੰ ਸੱਚ ਨਾਲ ਜੋੜਨ ਦਾ ਅਭਿਆਸ ਕਰਨ ਲਈ ਪ੍ਰੇਰਨਾ ਕੀਤੀ ਹੈ। ਜਿਵੇਂ ਅਸੀਂ ਮਹਾਰਾਜ ਦੀ ਪਾਵਨ ਬਾਣੀ 'ਚ ਹੋਰ ਵੀ ਬਹੁਤ ਸਾਰੇ ਸ਼ਬਦ ਪੜ੍ਹਦੇ ਹਾਂ ਜਿੱਥੇ ਸਤਿਗੁਰੂ ਨੇ ਐਸੇ ਪ੍ਰਤੀਕ ਵਰਤੇ ਹਨ। ਗੁੜ ਕਰ ਗਿਆਨ, ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੀ ਭਵਨ, ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਆਈਐ, ਬਾਬਾ ਮਨ ਮਤ ਵਾਰੋ, ਨਾਮ ਰਸ ਪੀਵੈ, ਸਹਿਜ ਰੰਗ ਰਾਚ ਰਹਿਆ ਰਹਾਓ, ਐਨਿਸ ਬਨੀ ਪ੍ਰੇਮ ਨਿਵ ਲਾਗੀ, ਸ਼ਬਦ ਅਨਾਹਦ ਗਹਿਆ। ਤੋ ਇਹ ਸਾਰਾ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ ਤੇ ਜੋ ਇੱਕ ਤਕਨੀਕ ਅਪਣਾਈ ਜਾਂਦੀ ਸੀ ਨਸ਼ੇ ਨੂੰ ਬਣਾਉਣ ਦੀ, ਮਹਾਰਾਜ ਨੇ ਉਹ ਉਦਾਹਰਨਾਂ ਵਰਤ ਕੇ, ਜਿਵੇਂ ਸੁਨਿਆਰ ਦੇ ਕੰਮ ਦੀ ਉਦਾਹਰਣ ਵਰਤੀ, ਲੁਹਾਰ ਦੇ ਕੰਮ ਦੀ ਉਦਾਹਰਣ ਵਰਤੀ, ਖੇਤੀ ਦੀ ਉਦਾਹਰਣ ਵਰਤੀ, ਰਸੋਈ ਦੀ ਉਦਾਹਰਣ ਵਰਤੀ, ਉਸ ਤਰ੍ਹਾਂ ਇਹ ਵੀ ਇੱਕ ਉਦਾਹਰਣ ਵਰਤ ਕੇ ਮਹਾਰਾਜ ਨੇ ਉਹਦੇ ਰਾਹੀਂ ਸਾਨੂੰ ਬੜਾ ਉੱਚਾ ਸੁੱਚਾ ਉਪਦੇਸ਼ ਬਖਸ਼ਿਆ ਕਿ ਸਾਡਾ ਜੀਵਨ ਸਵਰ ਕਿਵੇਂ ਸਕਦਾ। ਤੋ ਇੱਥੇ ਵੀ ਮਹਾਰਾਜ ਨੇ, ਭਗਤ ਕਬੀਰ ਜੀ ਨੇ ਕੁਝ ਐਸਾ ਪ੍ਰਤੀਕ ਵਰਤਿਆ ਹੈ ਕਿ ਨਸ਼ੇ ਨੂੰ ਪੀ ਕੇ ਦਿਮਾਗ ਨੂੰ ਨਰਵਸ ਕਰ ਲੈਣਾ ਤੇ ਫਿਰ ਇਹ ਸਮਝਣਾ ਵੀ ਹੁਣ ਜਦੋਂ ਖਿਆਲਾਂ ਦੀ ਉਡਾਰੀ ਸਾਡੇ ਅੰਦਰੋਂ ਮੱਧਮ ਪੈ ਗਈ ਹੈ, ਸਾਡੇ ਅੰਦਰ ਕੋਈ ਫੁਰਨਾ ਨਹੀਂ ਉੱਠਦਾ, ਜਾਂ ਅਚੇਤ ਰੂਪ ਵਿੱਚ ਅਸੀਂ ਕਿਸੇ ਫੁਰਨੇ ਮਗਰ ਨਹੀਂ ਦੌੜਦੇ, ਤੇ ਇਵੇਂ ਵੱਧ ਤੋਂ ਵੱਧ ਸਮਾਂ ਆਪਣੇ ਮਨ ਨੂੰ ਐਸੇ ਨਸ਼ੇ ਵਿੱਚ ਮਸਤ ਰੱਖ ਕੇ ਤੇ ਵਾਧੂ ਦੇ ਆਸੇ-ਪਾਸੇ ਦੇ ਖਿਆਲਾਂ ਤੋਂ ਆਪਣੇ ਆਪ ਨੂੰ ਮੁਕਤ ਰੱਖ ਕੇ ਇੱਕ ਸੌਖੇ ਢੰਗ ਨਾਲ ਭਗਤੀ ਦਾ ਅਭਿਆਸ ਹੋ ਸਕਦਾ ਹੈ, ਸਮਾਧੀ ਦਾ ਅਭਿਆਸ ਹੋ ਸਕਦਾ ਹੈ। ਤਾਂ ਗਰੀਬ ਨਵਾਜ਼ ਨੇ ਇਸ ਗੱਲ ਦਾ ਖੰਡਨ ਕੀਤਾ, ਆਖਿਆ ਜਿੰਨਾ ਚਿਰ ਨਸ਼ੇ ਦਾ ਪ੍ਰਭਾਵ ਰਹੇਗਾ ਦਿਮਾਗ ਦੇ ਉੱਤੇ, ਜਿਸ ਨੂੰ ਤੁਸੀਂ ਆਪਣੇ ਅਭਿਆਸ ਦਾ ਇੱਕ ਛੋਟਾ ਜਿਹਾ ਹਿੱਸਾ ਮੰਨਦੇ ਹੋ, ਉਨਾ ਚਿਰ ਤਾਂ ਤੁਹਾਡਾ ਅਚੇਤ ਮਨ ਤੁਹਾਨੂੰ ਲੱਗੇਗਾ ਵੀ ਕਿਸੇ ਤਰ੍ਹਾਂ ਦੇ ਖਿਆਲੀ ਉਡਾਰੀਆਂ ਤੋਂ ਮੁਕਤ ਹੈ। ਪਰ ਦੁਬਾਰਾ ਤੁਹਾਨੂੰ ਫਿਰ ਇਹਦਾ ਸੇਵਨ ਕਰਨਾ ਪਏਗਾ, ਦੁਬਾਰਾ ਫਿਰ ਕਰਨਾ ਪਏਗਾ। ਇੱਕ ਤਰ੍ਹਾਂ ਨਾਲ ਮਨ ਦੀ ਖਿਆਲੀ ਉਡਾਰੀ ਨੂੰ ਰੋਕਣ ਵਾਸਤੇ ਤੁਸੀਂ ਇੱਕ ਕੁਰੀਤੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ, ਇੱਕ ਚਸਕੇ ਤੇ ਅਲਾਮਤ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾ ਲਿਆ। ਇਹ ਵੀ ਇੱਕ ਕੁਰਾਹ ਹੈ, ਇਹ ਵੀ ਇੱਕ ਗਲਤ ਰਸਤਾ ਹੈ ਜਿਹੜਾ ਤੁਸੀਂ ਅਖਤਿਆਰ ਕਰ ਲਿਆ ਮਨ ਨੂੰ ਟਿਕਾਉਣ ਦੇ ਤਰੀਕੇ ਅਪਣਾਉਣ ਦੇ ਚੱਕਰ ਵਿੱਚ। ਤਾਂ ਭਗਤ ਕਬੀਰ ਜੀ ਦਾ ਇਹ ਸ਼ਬਦ ਜੋ ਹੈ, ਇਸ ਦੇ ਰਹਾਉ ਦੇ ਬੰਦ ਵਿੱਚ ਉਹ ਬਖਸ਼ਿਸ਼ ਕਰਦੇ ਹਨ,
ਵਾ ਕਉ ਕਹੀਐ ਸਹਿਜ ਮਤਵਾਰਾ। ਵਾ ਕਉ ਦਾ ਮਤਲਬ ਉਸ ਨੂੰ ਕਹਿਆ ਜਾਣਾ ਚਾਹੀਦਾ ਹੈ ਜਾਂ ਉਸ ਨੂੰ ਆਖੀਦਾ ਹੈ ਜਾਂ ਉਹ ਹੈ ਸਹਿਜ ਮਤਵਾਰਾ। ਸਹਿਜ ਦਾ ਮਤਲਬ ਹੈ ਅਡੋਲ। ਖਿਆਲ ਵਿੱਚ ਰੱਖੀਏ, ਯੋਗ ਮਤ ਵਿੱਚ ਹੱਠ ਯੋਗ ਦੀ ਪ੍ਰਧਾਨਤਾ ਹੈ। ਹੱਠ ਕਰਨਾ, ਹੱਠ ਆਪਾਂ ਕਹਿੰਦੇ ਹਾਂ ਸਰੀਰ ਨੂੰ ਜ਼ਬਰਦਸਤੀ ਤਪਾਉਣਾ ਤੇ ਖਪਾਉਣਾ। ਜਿਵੇਂ ਕੋਈ ਵਰਤ ਰੱਖ ਲੈ, ਹੁਣ ਉੱਥੇ ਭੁੱਖੇ ਰਹਿਣਾ ਜਿਹੜਾ ਹੈ ਉਹ ਕੋਈ ਮਜਬੂਰੀ ਨਹੀਂ ਹੈ, ਇਹ ਤੁਹਾਡੀ ਚੋਇਸ ਹੈ। ਤੁਸੀਂ ਖੁਦ ਚੁਣਿਆ ਵੀ ਮੈਂ ਭੁੱਖਾ ਰਹਿਣਾ। ਇੱਕ ਤਾਂ ਹੁੰਦਾ ਮਜਬੂਰੀ 'ਚ ਹੈ, ਕੋਈ ਬੰਦੇ ਨੂੰ ਭੋਜਨ ਨਹੀਂ ਮਿਲਿਆ, ਕੋਈ ਐਸੀ ਮੁਸ਼ਕਿਲ ਪੈ ਗਈ, ਉਹ ਰੋਟੀ ਤੱਕ ਉਹਦੀ ਪਹੁੰਚ ਨਹੀਂ ਹੋਈ, ਉਹ ਤਾਂ ਮਜਬੂਰੀ ਦੇ ਵਿੱਚ ਨਹੀਂ ਖਾ ਰਿਹਾ, ਉਹਦੀ ਤਾਂ ਕਹਾਣੀ ਸਮਝ ਵਿੱਚ ਆਉਂਦੀ ਹੈ। ਪਰ ਇੱਕ ਮਨੁੱਖ ਭੋਜਨ ਹੁੰਦਿਆਂ ਹੋਇਆਂ ਵੀ ਤੇ ਸਰੀਰ ਨੂੰ ਭੁੱਖ ਵੀ ਹੈ ਤੇ ਭੋਜਨ ਵੀ ਉਪਲਬਧ ਹੈ, ਇਹਦੇ ਬਾਵਜੂਦ ਵੀ ਆਪਣੇ ਆਪ ਨੂੰ ਭੁੱਖਿਆਂ ਰੱਖਦਾ, ਇਸ ਨੂੰ ਹੱਠ ਕਿਹਾ ਜਾਂਦਾ। ਇਹਦੇ ਬਾਵਜੂਦ ਵੀ ਉਹ ਆਪਣੇ ਸਰੀਰ ਨੂੰ ਦੁਖੀ ਕਰਦਾ ਹੈ, ਭੁੱਖਿਆਂ ਰੱਖ ਕੇ ਵਰਤ ਰੱਖਦਾ ਹੈ, ਕੰਦ ਮੂਲ ਖਾਂਦਾ ਹੈ, ਸਰੀਰ ਨੂੰ ਭੋਜਨ ਨਹੀਂ ਦਿੰਦਾ। ਗਰਮੀ ਹੈ, ਸਰਦੀ ਹੈ, ਤਨ ਉੱਤੇ ਵਸਤਰ ਨਹੀਂ ਪਹਿਨਦਾ। ਬਹੁਤ ਜ਼ਿਆਦਾ ਤਪਸ਼ ਤੇ ਗਰਮੀ ਦੇ ਮੌਸਮ ਦੇ ਵਿੱਚ ਵੀ ਧੂਣੀਆਂ ਤਪਾ ਕੇ ਉਹਦੇ ਨੇੜੇ ਹੋ ਕੇ ਬਹਿ ਜਾਂਦਾ ਔਰ ਸਰੀਰ ਨੂੰ ਤਪਾਉਂਦਾ ਰਹਿੰਦਾ, ਪੁੱਠਾ ਲਟਕ ਜਾਂਦਾ ਹੈ, ਜਟਾਵਾਂ ਵਧਾ ਲੈਂਦਾ ਹੈ, ਮੌਨ ਧਾਰਨ ਕਰ ਲੈਂਦਾ ਹੈ, ਅੱਖਾਂ ਬੰਦ ਕਰਕੇ ਬਹਿ ਜਾਂਦਾ ਹੈ, ਦੇਖਦਾ ਹੀ ਕੁਝ ਨਹੀਂ। ਜਿੰਨੇ ਵੀ ਇਹ ਕਰਮ ਨੇ ਸਰੀਰ ਨੂੰ ਦੁਖੀ ਕਰਨ ਵਾਲੇ, ਜਿਹੜੇ ਖੁਦ ਆਪਣੀ ਇੱਛਾ ਮੁਤਾਬਕ ਕੀਤੇ ਜਾ ਰਹੇ ਹਨ, ਉਹ ਕੀ ਹਨ? ਹੱਠ। ਔਰ ਇਹ ਸਾਰੇ ਕੰਮ ਕਰਨ ਦੇ ਪਿੱਛੇ ਮਾਨਸਿਕਤਾ ਕੀ ਹੈ, ਸੁਰਤ ਕੀ ਹੈ, ਕਿਉਂ ਕੀਤੇ ਜਾਂਦੇ ਨੇ? ਵੈਸੇ ਕਿਸੇ ਵੱਲੋਂ ਥੋੜ੍ਹੀ ਜਿਹੀ ਸਾਨੂੰ ਤਕਲੀਫ ਮਿਲੇ ਤੇ ਅਸੀਂ ਰੋਸ ਨਾਲ ਭਰ ਜਾਂਦੇ ਹਾਂ, ਉਸ ਨੂੰ ਉਲਾਂਭਾ ਦਿੰਦੇ ਹਾਂ, ਬਦਲਾ ਲੈਣ ਦੀ ਭਾਵਨਾ ਪੈਦਾ ਹੁੰਦੀ ਹੈ, ਉਸ ਮਨੁੱਖ ਨੂੰ ਅਸੀਂ ਸ਼ਿਕਵਾ ਵੀ ਕਰਦੇ ਹਾਂ ਔਰ ਸਜ਼ਾ ਦਾ ਭਾਗੀਦਾਰ ਮੰਨਦੇ ਹਾਂ ਜਿਹੜਾ ਦੂਸਰੇ ਨੂੰ ਤੰਗ ਕਰੇ। ਪਰ ਜਿਹੜੀ ਤੰਗੀ ਅਸੀਂ ਖੁਦ ਹੀ ਧਾਰਨ ਕੀਤੀ, ਜਿਹੜੀ ਤਕਲੀਫ ਅਸੀਂ ਖੁਦ ਨੂੰ ਜਾਣ-ਬੁੱਝ ਕੇ ਦਿੱਤੀ, ਉਸ ਨੂੰ ਅਸੀਂ ਨਾਮ ਦਿੱਤਾ ਵੀ ਇਹਦੇ ਰਾਹੀਂ ਅਸੀਂ ਆਪਣੇ ਜੀਵਨ ਨੂੰ ਸਾਧਣ ਲੱਗੇ ਹਾਂ, ਮਨ ਦਾ ਭਲਾ ਕਰਨ ਲੱਗੇ ਹਾਂ। ਉਸ ਨੂੰ ਹੱਠ ਯੋਗ ਕਿਹਾ ਜਾਂਦਾ, ਹੱਠ ਕਰਮ। ਮਨ ਹੱਠ ਕਿਨੈ ਨਾ ਪਾਇਓ, ਸਭ ਥਕੇ ਕਰਮ ਕਮਾਏ। ਉਹ ਜਿਹੜਾ ਮਨ ਹੱਠ ਹੈ, ਸਰੀਰ ਨੂੰ ਤਕਲੀਫ ਦੇਣਾ, ਦੁਖੀ ਕਰਨਾ, ਉਹਦੇ ਪਿੱਛੇ ਜਿਹੜੀ ਧਾਰਨਾ ਹੈ ਉਹ ਹੈ ਆਪਣੇ ਮਨ ਦੇ ਭੈੜੇ ਸੁਭਾਅ ਨੂੰ ਬਦਲਣਾ। ਉਹਦੇ ਪਿੱਛੇ ਕਰਮ ਕਰਨ ਵਾਲਿਆਂ ਦਾ ਜਿਹੜਾ ਤਰਕ ਹੈ, ਜਿਹੜਾ ਲੌਜਿਕ ਹੈ, ਜਿਹੜੀ ਧਾਰਨਾ ਹੈ, ਉਹ ਵੀ ਇਸ ਤਰ੍ਹਾਂ ਕਰਨ ਦੇ ਨਾਲ ਅਸੀਂ ਆਪਣੇ ਮਨ ਦੇ ਭੈੜੇ ਖਿਆਲਾਂ ਤੋਂ ਨਿਜਾਤ ਤੇ ਮੁਕਤੀ ਹਾਸਲ ਕਰ ਲਵਾਂਗੇ, ਮਨ ਸਾਧਿਆ ਜਾਏਗਾ। ਪਰ ਗੁਰੂ ਪਾਤਸ਼ਾਹ ਨੇ ਆਖਿਆ ਇਹ ਪੋਸੀਬਲ ਨਹੀਂ। ਭੁੱਖਾ ਤੇ ਸਰੀਰ ਰਹਿੰਦਾ, ਗਰਮੀ ਸਰਦੀ ਸਰੀਰ ਸਹਾਰਦਾ ਹੈ, ਤਕਲੀਫ ਤੁਸੀਂ ਦੇਹੀ ਨੂੰ ਦਿੰਦੇ ਹੋ, ਮਨ ਉੱਤੇ ਇਸ ਗੱਲ ਦਾ ਕੀ ਅਸਰ ਹੈ? ਮਨ ਕੋਈ ਸਰੀਰ ਦਾ ਐਸਾ ਅੰਗ ਨਹੀਂ ਜਿਹਨੂੰ ਤੁਸੀਂ ਤਕਲੀਫ ਦੇ ਸਕੋ ਸਿੱਧੇ ਤਰੀਕੇ ਨਾਲ। ਮਨ ਕੀ ਹੈ? ਮਨ ਖਿਆਲਾਂ ਦਾ, ਫੁਰਨਿਆਂ ਦਾ ਘਰ ਹੈ, ਤੇ ਜੇ ਗਲਤ ਫੁਰਨੇ ਸਾਡੇ ਅੰਦਰ ਵਾਸ ਪਾ ਗਏ ਨੇ ਤੇ ਉਹਨਾਂ ਨੂੰ ਗਿਆਨ ਨਾਲ ਹੀ ਬਦਲਿਆ ਜਾ ਸਕਦਾ ਹੈ। ਸਰੀਰ ਨੂੰ ਖਪਾਉਣਾ ਉਸ ਦਾ ਹੱਲ ਨਹੀਂ, ਸਰੀਰ ਨੂੰ ਦੁੱਖ ਦੇਣਾ ਉਹਦਾ ਹੱਲ ਨਹੀਂ। ਇਸ ਲਈ ਆਪਾਂ ਮਹਾਰਾਜ ਦੀ ਬਾਣੀ 'ਚੋਂ ਜਦੋਂ ਆਸਾ ਦੀ ਵਾਰ ਦੀ ਪਾਵਨ ਬਾਣੀ ਪੜ੍ਹਦੇ ਹਾਂ ਤਾਂ ਇਹ ਵਾਕ ਪੜ੍ਹਦੇ ਹਾਂ, ਗਿਆਨ ਕਾ ਬੱਧਾ ਮੰਨ ਰਹਿ ਗੁਰ ਬਿਨ ਗਿਆਨ ਨਾ ਹੋਏ। ਵੀ ਮਨ ਨੂੰ ਸਾਧਨ ਦਾ ਇੱਕੋ ਹੀ ਤਰੀਕਾ ਹੈ, ਮਨ ਸਮਝਾਵਨ ਕਾਰਣੇ ਕਛੁਅਕ ਪੜ੍ਹੀਆ ਗਿਆ, ਗੁਰੂ ਦਾ ਉਪਦੇਸ਼ ਦ੍ਰਿੜ ਕਰੀ। ਸੁਚੱਜੇ ਖਿਆਲ ਹੀ ਰਿਪਲੇਸਮੈਂਟ ਕਰ ਸਕਦੇ ਹਨ ਮੰਦੇ ਖਿਆਲਾਂ ਦੀ ਜਗ੍ਹਾ ਦੇ ਉੱਤੇ। ਤੋ ਗਰੀਬ ਨਵਾਜ ਮਹਾਰਾਜ ਨੇ ਉਸ ਨੂੰ ਹੱਠ ਯੋਗ ਨੂੰ ਨਕਾਰ ਕੇ ਕਬੀਰ ਜੀ ਮਹਾਰਾਜ ਨੇ ਇਸ ਸ਼ਬਦ ਵਿੱਚ ਸਹਿਜ ਨੂੰ ਮਾਨਤਾ ਦਿੱਤੀ। ਸਹਿਜ ਦਾ ਅਰਥ ਹੁੰਦਾ ਬੈਲੈਂਸ, ਟਿਕਾਓ, ਕਿ ਸਾਡੇ ਮਨ ਦੇ ਜਾਂ ਸਾਡੇ ਜੀਵਨ ਦੇ ਇਰਦ ਗਿਰਦ ਕਈ ਤਰ੍ਹਾਂ ਦਾ ਇਨਵਾਇਰਮੈਂਟ ਸਾਨੂੰ ਵੇਖਣ ਲਈ ਮਿਲ ਸਕਦਾ ਹੈ, ਕਈ ਤਰ੍ਹਾਂ ਦਾ ਮਾਹੌਲ ਜ਼ਿੰਦਗੀ 'ਚ ਆ ਸਕਦਾ ਹੈ। ਇੱਕ ਸਮਾਂ ਹੋਏਗਾ ਜਦੋਂ ਤੁਹਾਨੂੰ ਸਤਿਕਾਰ ਮਿਲੇਗਾ, ਰਿਸਪੈਕਟ ਮਿਲੇਗੀ। ਇੱਕ ਸਮਾਂ ਹੋਏਗਾ ਬਿਲਕੁਲ ਉਸ ਤੋਂ ਆਪੋਜਿਟ, ਬਿਲਕੁਲ ਉਸ ਤੋਂ ਉਲਟਾ, ਜਿੱਥੇ ਤੁਹਾਡੀ ਬਦਖੋਈ ਹੋਏਗੀ, ਨਿੰਦਾ ਹੋਏਗੀ, ਤੁਹਾਨੂੰ ਮਾੜਾ ਕਿਹਾ ਜਾਏਗਾ। ਹੁਣ ਇਹ ਬਿਲਕੁਲ ਆਪਾ ਵਿਰੋਧੀ ਸਿਚੁਏਸ਼ਨਸ ਨੇ ਦੋਨੋਂ। ਤੁਸੀਂ ਦੋਨਾਂ ਦੇ ਵਿੱਚ ਕਿਵੇਂ ਮੈਨੇਜ ਕਰਦੇ ਹੋ? ਇੱਕ ਜਗ੍ਹਾ ਤੇ ਬੜੀ ਵਡਿਆਈ ਤੇ ਰਿਸਪੈਕਟ ਮਿਲੀ, ਉੱਥੇ ਸਾਡੇ ਅੰਦਰ ਈਗੋ ਪੈਦਾ ਹੋਈ,
कि असी खौरे की चीज़ हाँ। तो बंदा ये भी सोचता भी जिहड़ा मैनूं रिस्पैक्ट दे रहा है जां सत्कार दे रहा है, ਇਹਦੀ ड्यूटी बनती है मैनूं सत्कार देना। ये भी साडे अंदर फीलिंग कई बार उपज पैंदी है। असी समझते हाँ खौरे बंदा छोटा है तां मैनूं रिस्पैक्ट दिंदा, तां सत्कार दिंदा। वो चीज़ साडी ईगो नूं वड्डियां कर दिंदी, हौमे नूं वड्डियां कर दिंदी। उत्थे असी अपने आप विच उस वक्त ये नहीं सोचते भी मैं इन्ना डिजर्व तो नहीं करता, फिर भी इस बंदे दे शुक्रगुजार होना बनता जिहड़ा मैनूं इन्ना सत्कार दे रहा। आखिर ये भी तो ईगो है, ये बावजूद भी मैनूं रिस्पैक्ट दे रहा, तो कोई रीजन कोई कारण होएगा। उस वेले असी अपनी हौमे बारे सोचते हैं। जदों दूजे ही पल कोई ऐसी सिचुएशन बन जाती है जिथे कोई सानू साडी निंदा करता है, साडी बदखोई करता है, साडी शान विरुद्ध जाता है, तो उत्थे फिर की होंदा, बिल्कुल आपोजिट सुभाव फीलिंग साडे अंदर आउंदी है, हीन भाव। असी सोचण लग जाते हाँ साडे तां कुछ पल्ले ही नहीं, असी तो बहुत माड़े लोग हाँ, बहुत दुखियारे हाँ, देखो साडा तो कोई सत्कार भी नहीं करता, सानू तो कोई रिस्पैक्ट भी नहीं देंदा, मैं डिजर्व करदा सां, मैनू सत्कार नहीं मिल रहा, वगैरह वगैरह। किन्ना कुछ साडे अंदर मन अंदर एकदम ही दौड़ जाता। जां फिर दूजी गल हुंदी है भी साडे अंदर खिज आउंदी है, असी खिजदे हाँ, हीन भावना आउंदी है जां खिज आउंदी है। तो उस वेले तुसीं वेखो भी तुहाडा जिहड़ा तुहाडा मन है वो ट्रैवल किस पासे नूं करदा है, सफ़र किस पासे नूं करदा है। वो जो कुछ असी अपने अंदर सोचते हाँ वो साडे मन की घाड़त करता है, साडे अंदर दे करैक्टर नूं उसारदा है, बिल्ड करता है। हुण महाराज कहते हैं भी दो तरह दी अलग अलग सिचुएशनस ने, तुसीं किवें मैनेज कीता? तुसीं एक सिचुएशन मुताबक उवें ढल गए, दूजी मुताबक उवें ढल गए। साडी लाइफ का अपना स्टैंडर्ड की है, साडे मन का अपना लैवल की है, उन्हें वो किवें मैनेज करदा दोवां गल्लां? जब कश पावै तब गर्व करत है, माया गई तब रोवन लगता है। तो उन्होंने गुरु साहब ने उहदी जगह ते जिहड़ा सानू जीवन बख्शिया है, जिहदी दस पाई है, जिहदी प्रेरणा की, उन्होंने हजूर ने सहज किया बैलेंस। जे निंदा हो रही है तो सहज विच रहो, कुछ नहीं गवाचे, ना हीन भावना विच आओ ना खिज विच आओ। रिस्पैक्ट मिल रही है तां भी अपने आप विच रहो और सोचो, शुक्र करो। ये ना सोचो कि तुसीं इन्ने वड्डे हो भी तुहानूं रिस्पैक्ट मिल रही है, उदों भी शुक्र विच रहो भी जे ये मिल रहा तो कल नूं जा भी सकता है। ना हौमे रहेगी, ना हीन भावना रहेगी, ना खिज आएगी जीवन च, मन बैलेंस विच रहेगा, टिका विच। जिवें हवा दे झोंके आउंदे ने ते लंघ जांदे, तुसीं नाल उड़दे ते नहीं, उड्डिया तो हनेरियां नाल जांदा, तूफानां दे विच बंदा अपने पैर थड़का लैंदा है। तो गरीब नवाज महाराज इसनूं कहिंदे ने, वाको कही है सहज मतवारा। मतवारा दा मत अर्थ है मस्त होया, जिसनूं स्वाद पै जाए सहज दा, जिसनूं आनंद आउण लग पवे उस सहज अवस्था दा, बैलेंस टिकाओ। कहंदे ने एक किस तरह मिलदा है? पीवत राम रस ज्ञान विचारा। कहंदे ने एक गुरु दे उपदेश दी, ज्ञान दी विचार करके वाहिगुरु अकाल पुरख दे नाम दे रस नूं पी के ही ये सहज वाला जीवन प्राप्त होंदा है। ये टिकाऊ किवें बनदा है? ये सहज किवें बनदा है? सब तो पहला मन नूं ज्ञान दे विचार विच जोड़ना पएगा, गुरु उपदेश दी विचार विच मन नूं जोड़ना पएगा। गुरु उपदेश दी विचार करन दा अर्थ की है? गुरु दी मत, गुरु दा उपदेश, गुरु दी दसी हुई जुगत नूं जदों असी अपने मन उत्ते बार बार इंप्लीमेंट करन दी कोशिश करते हैं, मन दे पद्धर उत्ते, उस नूं कहा जाता है मन गुरु उपदेश दी विचार करदा। जिंदगी दे हर मोड़ दे उत्ते जदों असी रहनुमाई गुरु दी लैंदे हां, जदों गुरु दी आग्या विच चलदे हां, तो सतगुरु पातशाह महाराज दे ज्ञान दी विचार दे नाल परमेश्वर दे नाम दी दात सानू हौले हौले प्राप्त हो जाए। इस नूं क्या है? पीवत राम रस
ਗਿਆਨ ਵਿਚਾਰ। ਤੋ ਰੰਭ ਦੇ ਵਾਕ ਵਿੱਚ ਕਹਿੰਦੇ ਨੇ ਗਗਨ ਰਸਾਲ ਚੂਹੈ ਮੇਰੀ ਭਾਠੀ। ਜੋਗੀ ਲੋਕ ਸ਼ਰਾਬ ਬਣਾਉਂਦੇ ਸਨ, ਉਹਦੇ ਲਈ ਭੱਠੀ ਦੇ ਵਿੱਚ ਹੀ ਸ਼ਰਾਬ ਨਿਕਲਦੀ ਸੀ। ਉਹਦਾ ਇੱਕ ਪ੍ਰੋਪਰ ਤਕਨੀਕ ਹੈ, ਕੋਈ ਵੀ ਚੀਜ਼ ਤੁਸੀਂ ਕਰਨੀ ਉਹਦੇ ਲਈ ਇੱਕ ਤਕਨੀਕ ਹੈ, ਇੱਕ ਜੁਗਤ ਹੈ। ਤੋ ਨਸ਼ਾ ਬਣਾਉਣ ਲਈ, ਸ਼ਰਾਬ ਕੱਢਣ ਲਈ ਵੀ ਇੱਕ ਤਕਨੀਕ ਯੂਜ਼ ਕੀਤੀ ਜਾਂਦੀ ਸੀ ਉਹਨਾਂ ਸਮਿਆਂ ਦੇ ਵਿੱਚ। ਤਾਂ ਭੱਠੀ ਤੇ ਭੱਠੀ ਦੇ ਥੱਲੇ ਫਿਰ ਬਾਲਣ ਬਾਲਣਾ ਪੈਂਦਾ। ਉਹ ਪ੍ਰਤੀਕ ਭਗਤ ਜੀ ਨੇ ਇਸ ਸ਼ਬਦ ਵਿੱਚ ਵਰਤੇ ਗਗਨ ਰਸਾਲ। ਗਗਨ ਦਾ ਮਤਲਬ ਹੈ ਆਕਾਸ਼। ਇਸ ਨੂੰ ਦਸਮ ਦੁਆਰ ਲਿਖਿਆ ਹੈ ਅਰਥਕਾਰਾਂ ਨੇ। ਔਰ ਗਗਨ ਦਸਮ ਦੁਆਰ ਭਾਵ ਚਿਦਾਕਾਸ਼, ਚਿਤ ਆਕਾਸ਼, ਚਿਤ ਰੂਪੀ ਦਸਮ ਦੁਆਰ, ਜਿੱਥੇ ਚਿੰਤਨ ਹੈ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ। ਹੁਣ ਜਿਨ੍ਹਾਂ ਨੇ ਉਹ ਪੁਰਾਣੀ ਤਕਨੀਕ ਨੂੰ ਤੱਕਿਆ ਕਦੇ, ਸ਼ਰਾਬ ਕੱਢਣ ਵਾਲੀ ਨੂੰ, ਪੰਜਾਬ ਦੇ ਪਿੰਡਾਂ 'ਚ ਅਜੇ ਵੀ ਕਈ ਜਗ੍ਹਾ 'ਤੇ ਜਾਂ ਹੋਰ ਵੀ ਕਈ ਇਲਾਕਿਆਂ ਵਿੱਚ ਅਜੇ ਵੀ ਕੱਢੀ ਜਾਂਦੀ। ਉਹ ਇੱਕ ਦੇਸੀ ਜੀ ਤਕਨੀਕ ਹੈ। ਭਾਂਡੇ ਵਿੱਚ ਗੁੜ ਪਾ ਕੇ ਉਸ ਨੂੰ ਅੱਗ 'ਤੇ ਤਪਾਉਣਾ, ਉਹਦੀ ਭਾਫ ਜਿਹੜੀ ਹੈ ਇੱਕ ਨਲੀ ਦੇ ਰਾਹੀਂ ਜਦੋਂ ਬਾਹਰ ਨਿਕਲਦੀ ਹੈ ਤਾਂ ਜਿਹੜਾ ਜ਼ਾਇਆ ਪਦਾਰਥ ਲਾਹਣ ਇੱਕ ਪਾਸੇ ਨਿਕਲਦਾ ਹੈ, ਭਾਫ ਦੇ ਰਾਹੀਂ ਥੋੜ੍ਹਾ ਥੋੜ੍ਹਾ ਕਰਕੇ ਸ਼ਰਾਬ ਇੱਕ ਪਾਸਿਓਂ ਉਹਦਾ ਰਸ ਜਿਹੜਾ ਗੁੜ ਦਾ ਕੱਢ ਕੇ ਫਿਰ ਉਹਨੂੰ ਥੱਲੇ ਅੱਗ ਬਾਲਣੀ ਪੈਂਦੀ ਹੈ ਪ੍ਰੋਪਰ ਇੱਕ ਢੰਗ ਦੇ ਨਾਲ। ਤਾਂ ਉਸ ਨੂੰ ਪ੍ਰਤੀਕ ਰੂਪ ਵਿੱਚ ਵਰਤ ਕੇ ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ ਜਿਵੇਂ ਉਸ ਭੱਠੀ ਦੇ ਵਿੱਚੋਂ ਥੋੜ੍ਹੀ ਥੋੜ੍ਹੀ ਕਰਕੇ ਸ਼ਰਾਬ ਨਿਕਲਦੀ। ਸ਼ਰਾਬ ਜੋਗੀ ਕਿਉਂ ਪੀਂਦਾ ਹੈ? ਕਿ ਉਹਦਾ ਦਿਮਾਗ ਨਰਵਸ ਰਹੇ, ਮਨ ਅੰਦਰ ਕੋਈ ਭੈੜਾ ਖਿਆਲ ਨਾ ਆਏ ਤੇ ਉਹਨਾਂ ਸਮਾਂ ਉਹਦਾ ਅਭਿਆਸ ਵਿੱਚ ਲੰਘ ਜਾਏ, ਪ੍ਰੈਕਟਿਸ ਵਿੱਚ ਲੰਘ ਜਾਏ, ਜਿਹਦਾ ਆਪਾਂ ਪਹਿਲਾਂ ਜ਼ਿਕਰ ਕੀਤਾ ਹੈ। ਕਹਿੰਦੇ ਨੇ ਮੇਰਾ ਚਿੱਤ ਹੀ ਭੱਠੀ ਹੈ। ਮੇਰਾ ਚਿੱਤ ਜਿਹੜਾ ਚਿੰਤਨ, ਜਿਹਨੂੰ ਤੁਸੀਂ ਕਹਿੰਦੇ ਹੋ ਨਾ ਵੀ ਬਾਰ-ਬਾਰ ਕਿਸੇ ਚੀਜ਼ ਨੂੰ ਆਪਣੇ ਮਨ ਅੰਦਰ ਵਸਾ ਕੇ ਉਹਦੇ ਉੱਤੇ ਕੇਂਦਰਿਤ ਰਹਿਣਾ, ਆਪਣਾ ਏਮ ਫਿਕਸ ਕਰ ਲੈਣਾ। ਮੇਰੇ ਚਿੱਤ ਵਿੱਚ ਜਦੋਂ ਚੰਗੇ ਖਿਆਲ ਆਉਂਦੇ ਨੇ, ਉੱਤਮ ਵਿਚਾਰ ਆਉਂਦਾ ਹੈ, ਤਾਂ ਬਾਰ-ਬਾਰ ਜਦੋਂ ਮੇਰੇ ਚਿੱਤ ਵਿੱਚ ਉਹ ਚੰਗਾ ਖਿਆਲ ਘੁੰਮਦਾ ਹੈ ਤਾਂ ਸਮਝੋ ਕਿ ਮੇਰੇ ਅੰਦਰੋਂ ਇੱਕ ਆਤਮਿਕ ਆਨੰਦ ਦਾ ਰਸ ਪੈਦਾ ਹੁੰਦਾ, ਇੱਕ ਸਵਾਦ ਪੈਦਾ ਹੁੰਦਾ। ਮੈਨੂੰ ਜਦੋਂ ਉਹਦਾ ਸਵਾਦ ਆਉਣ ਲੱਗਦਾ ਹੈ, ਇਹੀ ਉਹ ਨਸ਼ਾ ਹੈ ਮੇਰੇ ਵਾਸਤੇ। ਗਗਨ ਰਸਾਲ ਚੂਹੈ ਮੇਰੀ ਭਾਠੀ, ਸੰਚ ਮਹਾਰਸ ਤਨ ਭਇਆ ਕਾਠੀ। ਕਹਿੰਦੇ ਮੈਂ ਬਾਲਣ ਕਾਹਦਾ ਬਾਲਦਾ? ਮੋਹ ਦਾ। ਮੰਦੀਆਂ ਵਾਸ਼ਨਾਵਾਂ ਜਿਹੜੀਆਂ ਨੇ ਮੈਂ ਬਾਲਣ ਵਾਂਗ ਬਾਲੀ ਜਾਂਦਾ, ਭਾਵ ਇਹਨਾਂ ਦਾ ਤਿਆਗ ਕਰੀ ਜਾਂਦਾ, ਤੇ ਮੇਰੇ ਅੰਦਰ ਚਿੱਤ ਵਿੱਚ ਚੰਗੇ ਖਿਆਲ ਆਈ ਜਾਂਦੇ ਨੇ, ਤੇ ਉਹ ਚੰਗੇ ਖਿਆਲ ਮੈਨੂੰ ਸਕੂਨ ਆਨੰਦ ਦਿੰਦੇ ਨੇ, ਭੜਕਾਹਟ ਤੋਂ ਬਚਾਉਂਦੇ ਨੇ, ਕੁਰਾਏ ਪੈਣ ਤੋਂ ਬਚਾਉਂਦੇ ਨੇ। ਇਹ ਮੇਰਾ ਨਸ਼ਾ। ਭਾਵ ਚੰਗੇ ਖਿਆਲ ਤੇ ਚੰਗੇ ਕਰਮਾਂ ਦਾ ਮੈਨੂੰ ਸਵਾਦ ਆਉਂਦਾ ਤੇ ਮੰਦੇ ਅਮਲ ਮੈਂ ਤਿਆਗਦਾ ਜਾਂਦਾ ਹਾਂ। ਇਹੀ ਮੇਰੀ ਜ਼ਿੰਦਗੀ ਦੀ ਭਗਤੀ ਹੈ, ਇਹੀ ਮੇਰੀ ਕਮਾਈ ਹੈ, ਇਹੀ ਮੇਰਾ ਜੋਗ ਹੈ। ਇਹਦੇ ਰਾਹੀਂ ਮੈਂ ਸਹਿਜ ਵਿੱਚ ਵਿਚਰਦਾ। ਫਿਰ ਅੱਗੇ ਫਰਮਾਉਂਦੇ ਹਨ ਸਹਿਜ ਕਲਾਲਨ ਜੋ ਮਿਲ ਆਈ। ਕਲਾਲਨ ਕਹਿੰਦੇ ਨੇ ਜਿਹੜੀ ਸ਼ਰਾਬ ਵਰਤਾਉਣ ਵਾਲੀ ਹੋ। ਮਹਿਫਲਾਂ ਦੇ ਵਿੱਚ ਔਰਤਾਂ ਵੀ ਸ਼ਰਾਬ ਵਰਤਾਉਂਦੀਆਂ ਸਨ, ਬੰਦੇ ਵੀ ਵਰਤਾਉਂਦੇ ਸਨ। ਉਹਨੂੰ ਕਲਾਲਨ ਜਾਂ ਕਲਾਲ ਕਿਹਾ ਜਾਂਦਾ ਹੈ। ਸ਼ਰਾਬ ਕੱਢ ਕੇ ਵੇਚਣ ਵਾਲਾ ਜਾਂ ਵਰਤਾਉਣ ਵਾਲਾ ਕਲਾਲ ਜਾਂ ਕਲਾਲਨ ਕਿਹਾ ਜਾਂਦਾ ਸੀ। ਤਾਂ ਫੀਮੇਲ ਨੂੰ ਕਲਾਲਨ ਕਹਿ ਦਿੰਦੇ ਸਨ, ਵਰਤਾਉਣ ਵਾਲੇ ਨੂੰ ਕਲਾਲ ਕਹਿ ਦਿੰਦੇ ਸਨ। ਕਹਿੰਦੇ ਨੇ ਸਹਿਜ ਕਲਾਲਨ ਜੋ ਮਿਲ ਆਈ। ਸਹਿਜ ਦਾ ਮਤਲਬ ਹੈ ਬੈਲੈਂਸ, ਟਿਕੀ ਹੋਈ ਸੁਰਤ ਜਿਹੜੀ ਹੈ ਉਹ ਮਾਨੋ ਮੈਨੂੰ ਇਹ ਸਹਿਜ ਦਾ ਨਸ਼ਾ ਵੰਡ ਰਹੀ ਹੈ, ਆਨੰਦ ਦਾ ਨਸ਼ਾ ਵੰਡ ਰਹੀ ਹੈ, ਆਨੰਦ ਰੂਪ ਸ਼ਰਾਬ ਦੇ ਰਹੀ ਹੈ, ਜਿਹਦੇ ਵਿੱਚ ਜਿਸ ਦੇ ਆਨੰਦ ਵਿੱਚ ਮੈਂ ਮਸਤ ਹਾਂ। ਸਹਿਜ ਕਲਾਲਨ ਜੋ ਮਿਲ ਆਈ, ਆਨੰਦ ਮਾਤੇ ਅਨ ਦਿਨ ਜਾਈ। ਕਹਿੰਦੇ ਇਸ ਆਨੰਦ ਵਿੱਚ ਹੀ ਮੇਰਾ ਦਿਨ ਰਾਤ ਗੁਜ਼ਰਦਾ ਹੈ। ਇਹ ਅੰਦਰ ਦਾ ਸਕੂਨ ਨਾ ਮੇਰਾ ਦਿਨੇ ਖਰਾਬ ਹੁੰਦਾ ਹੈ ਨਾ ਰਾਤ, ਭਾਵ ਕੰਟੀਨਿਊ ਮੈਂ ਇਸ ਸੁੱਖ ਵਿੱਚ ਹਾਂ। ਲਗਾਤਾਰ ਮੈਂ ਅੰਦਰੋਂ ਇੱਕ ਸੁੱਖ ਮਾਣ ਰਿਹਾ ਹਾਂ, ਇੱਕ ਆਨੰਦ ਦੀ ਅਵਸਥਾ ਵਿੱਚ ਵਿਚਰ ਰਿਹਾ ਹਾਂ, ਜਿੱਥੇ ਕੋਈ ਬਾਹਰ ਦੀ ਭੜਕਾਹਟ ਮੈਨੂੰ ਡਿਸਟਰਬ ਨਹੀਂ ਕਰਦੀ। ਹਰ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਮੈਂ ਆਪਣੇ ਆਪ ਨੂੰ ਟਿਕਾ ਦੇ ਵਿੱਚ ਰੱਖਣ ਦੇ ਯੋਗ ਹਾਂ, ਸਹਿਜ ਵਿੱਚ ਰੱਖਣ ਦੇ ਯੋਗ ਹਾਂ। ਤੁਸੀਂ ਕਦੇ ਆਪਾਂ ਡਰੱਗੀ ਬੰਦੇ ਨੂੰ ਵੇਖਦੇ ਹਾਂ, ਉਹਦੇ ਘਰ ਦੇ ਉਹਦੇ ਸਾਹਮਣੇ ਰੋ ਰਹੇ ਹੋਣ ਉਹਨੂੰ ਕੋਈ ਫਰਕ ਨਹੀਂ ਪੈਂਦਾ, ਹੱਸ ਰਹੇ ਹੋਣ ਉਹਨੂੰ ਕੋਈ ਫਰਕ ਨਹੀਂ ਪੈਂਦਾ, ਉਹਨੂੰ ਉਲਾਂਭਾ ਦੇ ਰਹੇ ਹੋਣ ਉਹਨੂੰ ਕੋਈ ਫਰਕ ਨਹੀਂ ਪੈਂਦਾ।
ਉਹਨੂੰ ਸ਼ਾਬਾਸ਼ ਦੇ ਰਿਹਾ ਹੁਣ ਉਹਨੂੰ, ਤਾਂ ਕਿਉਂਕਿ ਉਹ ਆਪਣੇ ਆਪ ਵਿੱਚ ਹੈ ਹੀ ਨਹੀਂ। ਉਹਦਾ ਬ੍ਰੇਨ ਜਿਹੜਾ ਹੈ ਜਾਂ ਉਹਦਾ ਮਨ ਜਿਹੜਾ ਹੈ ਜਾਂ ਉਹਨੇ ਆਪਣੇ ਆਪ ਨੂੰ ਬਣਾ ਹੀ ਇਹੋ ਜਿਹਾ ਲਿਆ, ਉਹਦੇ ਤੇ ਆਪਣੇ ਬੇਗਾਨੇ ਦਾ ਕੋਈ ਅਸਰ ਨਹੀਂ। ਉਹ ਗਾਲ ਉਹਨੂੰ ਘਰੋਂ ਪਏ ਬਾਹਰੋਂ ਪਏ, ਉਹਦੇ ਵਾਸਤੇ ਕੋਈ ਮਤਲਬ ਨਹੀਂ। ਉਹਦਾ ਏਮ ਸੈੱਟ ਹੈ, ਉਹਦੀ ਲਾਈਫ ਦਾ ਸਟੈਂਡਰਡ ਬਣ ਚੁੱਕਿਆ ਜਿਹੋ ਜਿਹਾ ਬਣਨਾ। ਉਹਨੇ ਆਪਣੇ ਆਪ ਨੂੰ ਜਿਹੋ ਜਿਹਾ ਘੜਨਾ ਸੀ ਘੜ ਲਿਆ, ਉਹਦੇ ਉੱਤੇ ਕਿਸੇ ਚੀਜ਼ ਦਾ ਅਸਰ ਨਹੀਂ ਪੈ ਰਿਹਾ। ਹਾਲਾਂਕਿ ਉਹ ਅੰਦਰੋਂ ਪੂਰੀ ਤਰ੍ਹਾਂ ਨਾਲ ਹਰ ਤਰ੍ਹਾਂ ਦੀ ਫੀਲਿੰਗ ਤੋਂ ਡੈਡ ਹੈ। ਉਹਦੀ ਫੀਲਿੰਗ ਉਦੋਂ ਜਾਗਦੀ ਹੈ ਜਦੋਂ ਉਹਨੂੰ ਨਸ਼ੇ ਦੀ ਘਾਟ ਪੈਂਦੀ, ਨਹੀਂ ਤਾਂ ਆਮ ਨਾਰਮਲ ਆਮ ਮਨੁੱਖਾਂ ਵਰਗੀ ਉਹ ਜ਼ਿੰਦਗੀ ਨਹੀਂ ਜੀਂਦਾ। ਕਿਉਂਕਿ ਉਹ ਨਸ਼ੇ ਵਿੱਚ, ਆਪਾਂ ਨੂੰ ਕਹਿੰਦੇ ਨਸ਼ੇ 'ਚ ਹੈ ਜੀ, ਇਹਨੂੰ ਕੀ ਫਰਕ ਪੈਂਦਾ, ਇਹਨੂੰ ਚੰਗੀਆਂ ਸਲਾਹਾਂ ਦੇਈ ਜਾਓ ਤਾਂ ਵੀ ਕੋਈ ਫਰਕ ਨਹੀਂ, ਗਾਲਾਂ ਕੱਢੀ ਜਾਓ ਤਾਂ ਵੀ ਕੋਈ ਫਰਕ ਨਹੀਂ, ਧੱਕੇ ਮਾਰ ਕੇ ਬਾਹਰ ਕੱਢ ਦਿਓ ਦੂਜੀ ਜਗ੍ਹਾ ਬਹਿ ਜਾਏਗਾ, ਇੱਥੋਂ ਰੋਟੀ ਨਾ ਮਿਲੀ ਉੱਥੋਂ ਮੰਗ ਲਏਗਾ, ਚੋਰੀ ਕਰਨੀ ਹੈ ਜੇ ਘਰੋਂ ਚੀਜ਼ ਲੱਭ ਗਈ ਤਾਂ ਵੀ ਚੋਰੀ ਕਰ ਲੈਣੀ ਹੈ, ਦੂਜੇ ਘਰੋਂ ਲੱਭ ਗਈ ਤਾਂ ਵੀ ਚੋਰੀ ਕਰ ਲੈਣੀ ਹੈ। ਉਹਦਾ ਇੱਕੋ ਹੀ ਮਕਸਦ ਹੈ ਵੀ ਜਿਹੜਾ ਨਸ਼ਾ ਮੈਂ ਕਰਦਾ, ਜਿਹੜਾ ਉਹਨੂੰ ਸਵਾਦ ਜਾਂ ਚਸਕਾ ਪੈ ਗਿਆ, ਉਹ ਪੂਰਾ ਹੋਣਾ ਚਾਹੀਦਾ। ਚੋਰੀ ਭਾਵੇਂ ਘਰ ਕਰ ਲਓ ਭਾਵੇਂ ਬਾਹਰ ਕਰ ਲਓ, ਉਹਦੇ ਵਾਸਤੇ ਦੋਵੇਂ ਥਾਵਾਂ ਇੱਕੋ ਜਿਹੀਆਂ ਨੇ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਜਦੋਂ ਤੁਹਾਡੇ ਮਨ ਅੰਦਰ ਸਹਿਜ ਪੈਦਾ ਹੋ ਜਾਂਦਾ ਹੈ, ਬੈਲੈਂਸ ਪੈਦਾ ਹੋ ਜਾਂਦਾ, ਤੁਸੀਂ ਬਿਲਕੁਲ ਇੱਕ ਟਿਕਾ ਨੂੰ ਮਾਣਦੇ ਹੋ, ਇੱਕ ਸਕੂਨ ਸੁੱਖ ਤੇ ਆਨੰਦ ਨੂੰ ਮਾਣਦੇ ਹੋ। ਮਾਨੋ ਵੀ ਉਹ ਸਹਿਜ ਹੀ ਤੁਹਾਡੇ ਵਾਸਤੇ ਨਸ਼ਾ ਹੈ। ਐਸਾ ਨਹੀਂ ਵੀ ਤੁਸੀਂ ਗਵਾਚੇ ਰਹਿੰਦੇ ਹੋ, ਨਹੀਂ, ਤੁਸੀਂ ਸੁਚੇਤ ਹੋ, ਤੁਸੀਂ ਅਵੇਅਰ ਹੋ, ਤੁਸੀਂ ਸਿਫਤ ਕਰਨ ਵਾਲੇ ਦੀ ਭਾਵਨਾ ਤੋਂ ਵੀ ਅਵੇਅਰ ਹੋ ਤੇ ਨਿੰਦਾ ਕਰਨ ਵਾਲੇ ਦੀ ਭਾਵਨਾ ਤੋਂ ਵੀ ਅਵੇਅਰ ਹੋ। ਤੁਸੀਂ ਇੰਨੇ ਉੱਚੇ ਹੋ ਕਿ ਤੁਸੀਂ ਉਹਨਾਂ ਦੋਵਾਂ ਨੂੰ ਪਛਾਣਦੇ ਹੋ। ਤੁਸੀਂ ਆਈ ਹੋਈ ਵਸਤੂ ਦੇ ਖੁਸ਼ੀ ਤੋਂ ਵੀ ਅਵੇਅਰ ਹੋ, ਕਿਉਂਕਿ ਤੁਹਾਨੂੰ ਰੂਟ ਪਤਾ ਹੈ ਕਿ ਕੋਈ ਚੀਜ਼ ਜਦੋਂ ਆਉਂਦੀ ਹੈ ਉਹ ਕਿੰਨਾ ਕੁ ਚਿਰ ਬੰਦੇ ਨੂੰ ਚਾਅ ਦਿੰਦੀ ਹੈ, ਕਿੰਨਾ ਕੁ ਚਿਰ ਸਕੂਨ ਦਿੰਦੀ ਹੈ, ਜਦੋਂ ਚਲੀ ਜਾਂਦੀ ਹੈ ਤੇ ਜਾਣ ਲੱਗਿਆ ਉਹ ਕਿੰਨਾ ਪਛਤਾਵਾ ਤੇ ਦੁੱਖ ਪੈਦਾ ਕਰ ਜਾਂਦੀ ਹੈ। ਤੁਸੀਂ ਬਿਲਕੁਲ ਉੱਚੀ ਜਗ੍ਹਾ ਤੇ ਖਲੋ ਕੇ ਇਸ ਤਮਾਸ਼ੇ ਨੂੰ ਵੇਖਦੇ ਹੋ। ਤੁਸੀਂ ਆਪਣੇ ਆਪ ਨੂੰ ਵੱਖ ਕਰਕੇ, ਨਿਰਲੇਪ ਕਰਕੇ ਆਪਣੇ ਮਨ ਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੰਢਾਉਂਦੇ ਹੋ ਤੇ ਵੇਖਦਿਆਂ ਹੋਇਆਂ ਤੁਸੀਂ ਫਿਰ ਇਹਨਾਂ ਦੇ ਹਰ ਨੈਗੇਟਿਵ ਪ੍ਰਭਾਵ ਤੋਂ ਮੁਕਤ ਰਹਿੰਦੇ ਹੋ। ਨਾ ਕਿਸੇ ਦੀ ਸਿਫਤ ਦਾ ਨੈਗੇਟਿਵ ਅਸਰ ਹੁੰਦਾ ਹੈ, ਨਾ ਕਿਸੇ ਦੀ ਨਿੰਦਾ ਦਾ ਤੁਹਾਡੇ ਤੇ ਨੈਗੇਟਿਵ ਅਸਰ ਹੁੰਦਾ ਹੈ। ਆਈ ਹੋਈ ਚੀਜ਼ ਦਾ ਤੁਹਾਨੂੰ ਰੂਟ ਪਤਾ ਵੀ ਆਏਗੀ, ਜਿਵੇਂ ਪਹਿਲੀਆਂ ਨਹੀਂ ਰਹੀਆਂ ਇਹ ਵੀ ਨਹੀਂ ਰਹੇਗੀ। ਇਸ ਕਰਕੇ ਆਪਣੇ ਆਪ ਨੂੰ ਸਹਿਜ ਵਿੱਚ ਰੱਖਣਾ ਹੀ ਇੱਕੋ ਹੱਲ ਹੈ, ਹੋਰ ਕੋਈ ਨਹੀਂ। ਗੁਰੂ ਸਾਹਿਬ ਜੀ ਨੇ ਇਸ ਮਨੋ ਅਵਸਥਾ ਨੂੰ ਸਭ ਤੋਂ ਉੱਚੀ ਕਿਹਾ ਹੈ। ਚੌਥਾ ਪਦ, ਦਸਮ ਦਵਾਰ, ਸਹਿਜ, ਚਿਦਾਕਾਸ਼, ਆਨੰਦ, ਬਹੁਤ ਸਾਰੇ ਸ਼ਬਦ ਹਜ਼ੂਰ ਨੇ ਬਾਣੀ 'ਚ ਵਰਤੇ। ਤੋ ਅਖੀਰ ਦੇ ਉੱਤੇ ਫਰਮਾਉਂਦੇ ਨੇ, ਚੀਨਤ ਚੀਤ ਨਿਰੰਜਨ ਲਾਇਆ। ਚੀਨਤ ਦਾ ਮਤਲਬ ਹੁੰਦਾ ਹੈ ਪਛਾਣ ਕੇ, ਪਛਾਣ ਕੇ, ਸਮਝ ਕੇ, ਜਾਣ ਕੇ ਮੈਂ ਆਪਣੇ ਚਿੱਤ ਨੂੰ ਨਿਰੰਜਨ, ਮਾਇਆ ਦੀ ਕਾਲਕ ਤੋਂ ਮੁਕਤ ਹੈ ਜੋ ਵਾਹਿਗੁਰੂ, ਉਹਦੇ ਨਾਲ ਜੋੜ ਲਿਆ ਹੈ। ਫਿਰ ਅੱਗੇ ਜੋ ਸ਼ਬਦ ਵਰਤੇ ਬਾ ਕਮਾਲ ਹੈ, ਕਹੋ ਕਬੀਰ ਤੋ ਅਨਭਉ ਪਾਇਆ। ਅਨਭਉ ਸ਼ਬਦ ਦਾ, ਇਹ ਸੰਸਕ੍ਰਿਤ ਦਾ ਸ਼ਬਦ ਹੈ ਅਨੁਭਵ, ਅਨੁਭਵ। ਇਹਦਾ ਇੱਕ ਤਾਂ ਸਿੱਧਾ ਅਰਥ ਹੁੰਦਾ ਹੈ ਵੀ ਤੁਹਾਨੂੰ ਕੋਈ ਸਮਝ ਆ ਗਈ ਗੱਲ। ਕੋਈ ਵੀ ਗੱਲ ਜਦੋਂ ਸਾਨੂੰ ਸਮਝ ਆ ਗਈ ਉਹਨੂੰ ਅਨੁਭਵ ਕਿਹਾ ਜਾਂਦਾ। ਜੋ ਤੁਹਾਡੀ ਸਮਝ ਵਿੱਚ ਹੈ, ਜਿਹੜੀ ਚੀਜ਼ ਨਾਲ ਤੁਸੀਂ ਅਵੇਅਰ ਹੋ ਗਏ, ਉਹ ਜਿਹੜੀ ਸੈਲਫ ਅਵੇਅਰਨੈਸ ਹੈ, ਉਹਨੂੰ ਅਸੀਂ ਕਹਿੰਦੇ ਹਾਂ ਅਨੁਭਵ। ਪਰ ਇਸ ਦੀ ਵਿਆਖਿਆ ਕਰਦਿਆਂ ਹੋਇਆਂ ਵਿਦਵਾਨਾਂ ਨੇ ਕਿਹਾ ਵੀ ਉਹ ਗਿਆਨ ਜਿਹੜਾ ਤੁਹਾਨੂੰ ਤੁਹਾਡੇ ਤਜਰਬੇ ਵਿੱਚੋਂ ਮਿਲਦਾ ਹੈ, ਕਿਸੇ ਟੂਲ ਰਾਹੀਂ ਨਹੀਂ ਮਿਲਦਾ। ਇਹ ਨਹੀਂ ਵੀ ਤੁਸੀਂ ਇੱਕ ਬੁੱਕ ਪੜ੍ਹੀ ਤੁਹਾਨੂੰ ਗਿਆਨ ਮਿਲ ਗਿਆ, ਉਹਦੇ ਚੋਂ ਤੁਹਾਨੂੰ ਕੇਵਲ ਇਸ਼ਾਰਾ ਦਿੱਤਾ ਜਾ ਸਕਦਾ ਹੈ, ਉਹਦੇ 'ਚ ਤੁਹਾਨੂੰ ਰਸਤਾ ਦੱਸਿਆ ਜਾ ਸਕਦਾ ਹੈ। ਪਰ ਜਿਹੜਾ ਤੁਰ ਕੇ ਜਿਹੜਾ ਅਨੁਭਵ ਹੈ ਉਸ ਸਫ਼ਰ ਦਾ, ਹੁਣ ਮੰਨ ਲਓ ਅਸੀਂ ਮੈਪ ਆਪਣੇ ਸਾਹਮਣੇ ਰੱਖ ਲਈਏ, ਤੁਸੀਂ ਮੈਪ ਖੋਲ੍ਹਦੇ ਹੋ, ਤੁਹਾਨੂੰ ਪਤਾ ਹੈ ਆਹ ਰਸਤਾ ਹੈ, ਇੰਨੀ ਸਪੀਡ 'ਤੇ ਜਾਇਆ ਜਾਣਾ ਹੈ, ਰਸਤੇ 'ਚ ਆਹ ਕੁਝ ਆਉਂਦਾ ਹੈ। ਤੁਸੀਂ ਕੇਵਲ ਸੁਣ ਲਿਆ ਜਾਂ ਮੈਪ ਦੇਖ ਲਿਆ, ਪਰ ਜਿਹੜਾ ਸਫ਼ਰ ਦਾ ਜਿਹੜਾ ਅਨੁਭਵ ਹੈ ਉਹ ਤੁਸੀਂ ਤਾਂ ਹੀ ਲੈ ਸਕੋਗੇ ਜੇ ਤੁਸੀਂ ਉਸ ਰਸਤੇ 'ਤੇ ਟਰੈਵਲ ਕਰਦੇ ਹੋ। ਪਹਾੜਾਂ ਦਾ ਸਫ਼ਰ ਕਿਹੋ ਜਿਹਾ ਹੁੰਦਾ ਹੈ, ਇਹਨੂੰ ਪੜ੍ਹਨਾ ਤੇ ਉਹ ਸਫ਼ਰ ਕਰਨਾ।
ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ। ਪਹਿਲਾ ਪੜਾਅ ਆਏਗਾ ਜਾਣਕਾਰੀ ਦਾ, ਦੂਜਾ ਆਏਗਾ ਉਸ ਸਫ਼ਰ ਵਿੱਚ ਖੁਦ ਇਨਵੋਲਵ ਹੋਣ ਦਾ। ਤੁਸੀਂ ਜਦੋਂ ਖੁਦ ਮੁਸਾਫਰ ਬਣਦੇ ਹੋ ਤਾਂ ਉਹ ਸਫ਼ਰ ਦਾ ਅਨੁਭਵ ਕਿਵੇਂ ਦਾ ਹੁੰਦਾ ਹੈ, ਉਹ ਜਦੋਂ ਤੁਸੀਂ ਆ ਕੇ ਦੱਸਦੇ ਹੋ, ਜਿਹਨੂੰ ਦੱਸਦੇ ਹੋ ਉਹ ਜਾਣਕਾਰੀ ਤੇ ਲੈ ਸਕਦਾ ਹੈ, ਪਰ ਉਹ ਤੁਹਾਡੇ ਵਾਲੇ ਅਨੁਭਵ ਦਾ ਧਾਰਨੀ ਨਹੀਂ ਹੋ ਸਕਦਾ। ਇਹ ਚੀਜ਼ ਨੂੰ ਸਮਝ ਲਈਏ। ਕਬੀਰ ਜੀ ਮਹਾਰਾਜ ਨੇ ਜਿਹੜੀ ਬਾਣੀ ਲਿਖੀ ਹੈ, ਇਹ ਉਹਨਾਂ ਦਾ ਅਨੁਭਵ ਹੈ, ਤਜਰਬਾ ਹੈ। ਉਹਨਾਂ ਨੇ ਸਾਨੂੰ ਦੱਸਣਾ ਚਾਹਿਆ, ਦੱਸਿਆ ਵੀ ਆਹ ਜੀਵਨ ਹੈ, ਇਸ ਤਰ੍ਹਾਂ ਦਾ ਮੈਂ ਜੀਵਨ ਬਣਾਇਆ, ਆਹ ਕੁਝ ਆਨੰਦ ਹੈ, ਆਹ ਕੁਝ ਮੇਰੀ ਜ਼ਿੰਦਗੀ ਹੈ, ਆਹ ਮੇਰਾ ਆਪਣਾ ਕਮਾਇਆ ਹੋਇਆ ਅਨੁਭਵ ਹੈ। ਹੁਣ ਅਸੀਂ ਇਸ ਨੂੰ ਪੜ੍ਹਦੇ ਹਾਂ ਕਿਉਂਕਿ ਬੜੀ ਉੱਚੀ ਚੀਜ਼ ਹੈ, ਪਰ ਜੇ ਅਸੀਂ ਸੱਚਮੁੱਚ ਹੀ ਕਬੀਰ ਜੀ ਵਰਗਾ ਉਹ ਲੁਤਫ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਉਹੋ ਜਿਹਾ ਹੀ ਟਰੈਵਲ ਕਰਨਾ ਪਏਗਾ। ਸਾਨੂੰ ਉਸੇ ਤਰ੍ਹਾਂ ਦਾ ਹੀ ਸਫ਼ਰ ਕਰਨਾ ਪਏਗਾ ਜਿਸ ਤਰ੍ਹਾਂ ਦਾ ਕਬੀਰ ਜੀ ਨੇ ਕੀਤਾ ਹੈ। ਉਹ ਚੀਜ਼ਾਂ ਦੇ ਵਿੱਚੋਂ ਸਾਨੂੰ ਗੁਜ਼ਰਨਾ ਪਏਗਾ, ਲੰਘਣਾ ਪਏਗਾ, ਤਾਂ ਅਸੀਂ ਉੱਥੋਂ ਤੱਕ ਪਹੁੰਚਾਂਗੇ। ਮੈਥਡ ਇੱਕੋ ਹੀ ਹੈ, ਚਾਹੇ ਉਹ ਭਗਤ ਕਬੀਰ ਜੀ ਦਾ ਹੈ, ਚਾਹੇ ਉਹ ਭਗਤ ਰਵਿਦਾਸ ਜੀ ਮਹਾਰਾਜ ਦਾ ਹੈ, ਚਾਹੇ ਕਿਸੇ ਹੋਰ ਮਹਾਂਪੁਰਖ ਦਾ। ਤੋ ਉਹ ਜਿਹੜਾ ਰੂਲ ਹੈ, ਜਿਹੜਾ ਲਾਅ ਹੈ, ਜਿਹੜਾ ਨਿਯਮ ਹੈ, ਜਿਹੜਾ ਹੁਕਮ ਹੈ, ਉਹ ਸਾਡੇ ਸਭਨਾਂ ਲਈ ਇੱਕੋ ਜਿਹਾ ਹੈ। ਜਿਹੜਾ ਵੀ ਉੱਥੋਂ ਤੱਕ ਪਹੁੰਚਣਾ ਚਾਹੁੰਦਾ ਉਹਨੂੰ ਉਸ ਰਸਤੇ ਦਾ ਸਫ਼ਰ ਤੈਅ ਕਰਨਾ ਪਏਗਾ। ਤੋ ਇਸ ਵਾਸਤੇ ਮਹਾਰਾਜ ਕਹਿੰਦੇ ਨੇ, ਕਹੋ ਕਬੀਰ ਤੋਂ, ਜਿਹੜਾ ਕਿਸੇ ਸ਼ਾਸਤਰ ਤੋਂ, ਭਾਵ ਜਿਹੜਾ ਕਿਸੇ ਬਾਹਰੀ ਟੂਲ ਤੋਂ ਵੱਖਰਾ ਗਿਆਨ ਹੈ, ਭਾਵ ਜਿਹੜਾ ਖੁਦ ਹੰਢਾਇਆ ਜਾਂਦਾ ਹੈ ਤੇ ਸੁਤੇ ਸਿੱਧ ਜਿਹੜਾ ਤੁਹਾਡੇ ਅੰਦਰ ਪੈਦਾ ਹੁੰਦਾ ਹੈ, ਉਹ ਅਨੁਭਵ ਕਬੀਰ ਜੀ ਮਹਾਰਾਜ ਕਹਿੰਦੇ ਨੇ ਮੈਂ ਹਾਸਲ ਕਰ ਲਿਆ, ਪ੍ਰਾਪਤ ਕਰ ਲਿਆ। ਗਰੀਬ ਨਵਾਜ ਮਿਹਰ ਕਰਨ। ਸ਼ਬਦ ਦਾ ਤਤ ਭਾਵ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।